ਤੇ ਮੈਂ ਸਮਝਦਾ ਕਿ ਲੱਖਾ ਸਿਧਾਣਾ ਜਿਵੇਂ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਸੀਐਮ ਸਾਹਿਬ ਨੂੰ ਮਿਲ ਕੇ ਆਏ ਆ, ਤਾਂ ਉੱਥੇ ਉਹਨਾਂ ਦੀਆਂ ਜੇ ਤੁਸੀਂ ਵੀਡੀਓਜ਼ ਜਿਹੜੀਆਂ ਵਾਇਰਲ ਹੋਈਆਂ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਕਹਿੰਦੇ ਵੀ ਨਜ਼ਰ ਆਏ ਵੀ ਤੁਹਾਨੂੰ 2-4 ਦਿਨਾਂ ਦੇ ਵਿੱਚ ਇੱਕ ਚੰਗਾ ਫੈਸਲਾ ਜਿਹੜਾ ਉਹ ਦਿਖੂਗਾ। ਕਾਂਗਰਸ ਦੇ ਅਗੇਂਸਟ ਲੱਖੇ ਸਿਧਾਣੇ ਦਾ ਇਹ ਬਿਆਨਬਾਜ਼ੀ ਕਰਨਾ ਕਿਤੇ ਨਾ ਕਿਤੇ ਸਾਰੇ ਮਤਲਬ ਡਾਊਟ ਜਿਹੜੇ ਕ੍ਰੀਏਟ ਕਰਦਾ ਹੈ ਕਿ ਇਹ ਇਸ ਗੱਲ ਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਦੇ ਨਾਲ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਇਹ ਸਾਰੀ ਜਿਹੜੀ ਸਟੇਟਮੈਂਟ ਹੈ ਉਹ ਦਿੱਤੀ ਗਈ ਹੈ। ਤੇ ਉੱਥੇ ਦਾ ਜਿਹੜਾ ਪ੍ਰੋਟੈਸਟ ਦੇ ਵਿੱਚ ਇਸ ਤਰ੍ਹਾਂ ਦਾ ਐਪੀਸੋਡ ਹੋਣਾ ਉਹ ਸਿਰਫ ਇੱਕ ਪੋਲੀਟੀਕਲ ਰਾਈਵਲ ਨੂੰ ਲੈ ਕੇ ਤੁਸੀਂ ਇੱਕ ਦੂਜੇ ਨੂੰ ਦਿਖਾਈ ਦਿੰਦੇ ਹੋ, ਦੋਸ਼ ਲਾਉਂਦੇ, ਹੋਰ ਕੁਛ ਨਹੀਂ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਜਸਵਿੰਦਰਪਾਲ ਚੈਨਲ ਸ਼ਾਨ ਪੰਜਾਬੀ ਤੁਹਾਡਾ ਸਵਾਗਤ ਹੈ ਤੇ ਗੱਲ ਕਰਦੇ ਹਾਂ ਅੱਜ ਦਾ ਅਹਿਮ ਮੁੱਦਾ ਮੱਤੇਵਾੜਾ ਜਿਹੜਾ ਮੁੱਦਾ ਪ੍ਰੋਜੈਕਟ ਹੈ ਉਸ ਨੂੰ ਭਾਵੇਂ ਅੱਜ ਸਰਕਾਰ ਨੇ ਰੱਦ ਕਰ ਦਿੱਤਾ, ਪਰੰਤੂ ਉਸ ਦੇ ਨਾਲ ਇੱਕ ਪੋਲਿਟਿਕਸ ਸ਼ੁਰੂ ਹੋ ਗਈ। ਪੋਲਿਟਿਕਸ ਇਹ ਸੀ ਕਿ ਲੱਖਾ ਜੋ ਕਿ ਉੱਥੇ ਜਾਂਦਾ ਹੈ, ਪ੍ਰੋਟੈਸਟ ਕਰਦਾ ਹੈ, ਉਸ ਤੋਂ ਪਹਿਲਾਂ ਉਸ ਦੀ ਮਿਲਣੀ ਹੁੰਦੀ ਹੈ ਮੁੱਖ ਮੰਤਰੀ ਨਾਲ, ਅਤੇ ਉਸ ਤੋਂ ਬਾਅਦ ਜਿਹੜਾ ਲੱਖਾ ਹੈ ਉਹ ਅਟੈਕ ਕਰਦਾ ਹੈ ਕਾਂਗਰਸ ਤੇ ਇਸ ਤੋਂ ਜਿਹੜੀ ਸਿਆਸਤ ਹੈ ਉਹ ਕੀ ਕਹਿੰਦੀ ਹੈ ਕਿ ਇਹ ਲੱਗਦਾ ਨਹੀਂ ਇਹ ਕੋਈ ਸਕ੍ਰਿਪਟਿੰਗ ਹੈ ਕਿ ਇੱਕ ਦਿਨ ਸੰਘਰਸ਼ ਹੋਣਾ, ਦੂਜੇ ਦਿਨ ਇਹ ਜਿਹਾ ਫੈਸਲਾ ਆ ਜਾਣਾ, ਕਿ ਸੱਚਮੁੱਚ ਹੀ ਭਗਵੰਤ ਮਾਨ ਸਾਹਿਬ ਲੋਕਾਂ ਦੀ ਸੁਣਦੀ ਹੈ ਜਾਂ ਫਿਰ ਕਿਤੇ ਨਾ ਕਿਤੇ ਸਿਆਸਤ ਖੇਡਦੀ ਹੈ। ਇਹ ਮੁੱਦਾ ਅਹਿਮ ਹੈ, ਇਸ ਲਈ ਸਾਡੇ ਨਾਲ ਜੁੜੇ ਨੇ ਇਸ ਸਮੇਂ ਕਾਂਗਰਸ ਦੇ ਮੋਹਾਲੀ ਜ਼ਿਲ੍ਹੇ ਦੇ ਸੀਨੀਅਰ ਵਾਈਸ ਪ੍ਰਧਾਨ ਤੇ ਕੌਂਸਲਰ ਵੀ ਨੇ ਨਰਪਿੰਦਰ ਸਿੰਘ ਰੰਗੀ ਜੀ। ਰੰਗੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਧੰਨਵਾਦ ਜੀ ਸਰ। ਸਰੋਤਿਆਂ ਨੂੰ ਮੇਰਾ ਬਹੁਤ ਬਹੁਤ ਧੰਨਵਾਦ। ਨਰਪਿੰਦਰ ਜੀ, ਮੇਰਾ ਜਿਹੜਾ ਸਵਾਲ ਹੈ ਉਹ ਹੈ ਕਿ ਮੱਤੇਵਾੜਾ ਜਿਹੜਾ ਜੰਗਲ ਹੈ, ਪ੍ਰੋਜੈਕਟ ਹੈ, ਉਹ ਹੈ ਕੀ, ਉਹਦਾ ਵਿਰੋਧ ਕਿਉਂ ਹੋ ਰਿਹਾ? ਦੇਖੋ, ਕਿਉਂਕਿ ਤੁਹਾਡੀ ਪਾਰਟੀ ਵੀ ਵਿੱਚ ਵਿਰੋਧ ਕਰਨ ਦੇ ਸੀ। ਦੇਖੋ, ਜਿਹੜਾ ਮੱਤੇਵਾੜਾ ਜੰਗਲ ਦਾ ਵਿਰੋਧ ਹੋ ਰਿਹਾ ਹੈ ਉਹ ਪਾਰਟੀ ਵਿਰੋਧ ਇਸੇ ਕਰਕੇ ਕਰ ਰਹੀ ਹੈ ਕਿਉਂਕਿ ਉਹ ਐਨਵਾਇਰਨਮੈਂਟ ਦੇ ਅਗੇਂਸਟ ਹੈ, ਅਤੇ ਉਹਦੀ ਜਿਹੜੀ ਜੋ ਸਰਕਾਰ ਅਕਵਾਇਰ ਕਰਕੇ ਉੱਥੇ ਇੱਕ ਟੈਕਸਟਾਈਲ ਲਾਉਣਾ ਚਾਹੁੰਦੀ ਸੀ ਅਤੇ ਜੰਗਲ ਨੂੰ ਉੱਥੇ ਜਿਹੜਾ ਮਤਲਬ ਇੱਕ ਬਹੁਤ ਵੱਡੇ ਏਰੀਏ ਦੇ ਵਿੱਚ ਜਿਹੜਾ ਜੰਗਲ ਹੈ ਉਸ ਜੰਗਲ ਨੂੰ ਖ਼ਤਮ ਕਰਨਾ ਚਾਹੁੰਦੀ ਸੀ। ਅਤੇ ਕਾਂਗਰਸ ਪਾਰਟੀ ਵੀ ਕੱਲ੍ਹ ਵਿਰੋਧ ਕਰਨ ਗਈ ਹੈ ਕਿਉਂਕਿ ਵਿਰੋਧ ਦੀ ਹੀ ਕਾਲ ਸੀ, ਪ੍ਰੋਟੈਸਟ ਕਰਨਾ ਸੀ। ਪ੍ਰੋਟੈਸਟ ਕਰਨਾ, ਜਦੋਂ ਕੋਈ ਪ੍ਰੋਟੈਸਟ ਹੁੰਦਾ ਹੈ ਉਹਦੇ ਵਿੱਚ ਕਿਸੇ ਪਾਰਟੀ ਵਿਸ਼ੇਸ਼ ਦਾ ਪ੍ਰੋਟੈਸਟ ਨਹੀਂ ਸੀ। PAC ਵੱਲੋਂ ਜਿਹੜੀ ਕਾਲ ਸੀ, ਹਰ ਇੱਕ ਆਮ ਬੰਦਾ, ਹਰ ਇੱਕ ਆਮ ਜਿਹੜਾ ਪੰਜਾਬ ਪਸੰਦ ਜਾਂ ਪੰਜਾਬ ਨੂੰ ਬਚਾਉਣਾ ਚਾਹੁੰਦਾ, ਪੰਜਾਬ ਦੇ ਬਚਾਅ ਲਈ ਹਰ ਇੱਕ ਬੰਦਾ ਉਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਗਿਆ ਸੀ। ਅਤੇ ਮੈਂ ਸਮਝਦਾ ਕਿ ਲੱਖਾ ਸਿਧਾਣਾ ਜਿਵੇਂ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ CM ਸਾਹਿਬ ਨੂੰ ਮਿਲ ਕੇ ਆਏ ਆ, ਤਾਂ ਉੱਥੇ ਉਹਨਾਂ ਦੀਆਂ ਜੇ ਤੁਸੀਂ ਵੀਡੀਓਜ਼ ਜਿਹੜੀਆਂ ਵਾਇਰਲ ਹੋਈਆਂ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਕਹਿੰਦੇ ਵੀ ਨਜ਼ਰ ਆਏ ਵੀ ਤੁਹਾਨੂੰ 2-4 ਦਿਨਾਂ ਦੇ ਵਿੱਚ ਇੱਕ ਚੰਗਾ ਫੈਸਲਾ ਜਿਹੜਾ ਉਹ ਦਿਖੂਗਾ। ਮੈਂ ਕਹਿੰਦਾ ਵੀ ਜੇ ਲੱਖਾ ਸਿਧਾਣਾ ਨੂੰ ਇਸ ਗੱਲ ਦਾ ਪਤਾ ਸੀ ਵੀ ਕੋਈ ਫੈਸਲਾ ਸਰਕਾਰ ਕਰਨ ਜਾ ਰਹੀ ਹੈ ਜਾਂ CM ਸਾਹਿਬ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਸੀ, ਪਹਿਲੀ ਗੱਲ ਉਹਨਾਂ ਨੂੰ ਉਹ ਜਿਹੜੀ ਹੈ ਸਾਰੀ ਗੱਲ ਲੋਕਾਂ ਦੇ ਸਾਹਮਣੇ ਰੱਖਣੀ ਚਾਹੀਦੀ ਸੀ। ਜੇ ਉਹ ਪਾਰਦਰਸ਼ਤਾ ਦੀ ਗੱਲ ਕਰਦੇ ਹਾਂ ਕਿ ਹਾਂ ਅਸੀਂ ਟਰਾਂਸਪੇਰੈਂਸੀ ਦੇ ਵਿੱਚ ਅਸੀਂ ਜੋ ਸਰਕਾਰਾਂ ਦੇ ਖਿਲਾਫ ਅਸੀਂ ਹਰ ਇੱਕ ਗੱਲ ਆਵਾਜ਼ ਬੁਲੰਦ ਕਰਦੇ ਹਾਂ, ਤਾਂ ਉਹਨਾਂ ਨੂੰ ਇਹ ਗੱਲ ਵੀ ਰੱਖਣੀ ਚਾਹੀਦੀ ਸੀ ਵੀ ਸਰਕਾਰ ਨੇ ਕੀ ਤੁਹਾਨੂੰ ਕਿਹਾ, ਕੀ ਆਸ਼ਵਾਸਨ ਦਵਾਇਆ। ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਫੈਸਲਾ PAC ਕਮੇਟੀ ਲਊਗੀ। ਹੁਣ PAC ਕਮੇਟੀ ਨਾਲ ਰਾਜਾ ਵੜਿੰਗ ਜੀ ਮਿਲ ਕੇ ਗੱਲ ਕਰਨ ਤੋਂ ਬਾਅਦ ਉੱਥੇ ਪਹੁੰਚਦੇ ਆ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ, ਅਤੇ ਜਦੋਂ ਰਾਜਾ ਵੜਿੰਗ ਜੀ ਉੱਥੇ ਪਹੁੰਚਦੇ ਆ ਤਾਂ ਬਜਾਏ ਕਿ ਉਹਨਾਂ ਦਾ ਇਸ ਮੁੱਦੇ 'ਤੇ ਵੈਲਕਮ ਕਰਨ ਦਾ ਕਿ ਹਾਂ ਅਸੀਂ ਜਿਸ ਇਸ਼ੂ ਨੂੰ ਲੈ ਕੇ ਅਸੀਂ ਸਾਰੇ ਬੰਦੇ ਇਕੱਠੇ ਹੋਏ ਹਾਂ ਉਸ ਇਸ਼ੂ ਦੇ ਉੱਤੇ ਜ਼ੋਰਦਾਰ ਪ੍ਰੋਟੈਸਟ ਕਰਨ ਦੀ ਬਜਾਏ ਕਾਂਗਰਸ ਦੇ ਅਗੇਂਸਟ ਲੱਖੇ ਸਿਧਾਣੇ ਦਾ ਇਹ ਬਿਆਨਬਾਜ਼ੀ ਕਰਨਾ ਕਿਤੇ ਨਾ ਕਿਤੇ ਸਾਰੇ ਮਤਲਬ ਡਾਊਟ ਜਿਹੜੇ ਕ੍ਰੀਏਟ ਕਰਦਾ ਹੈ ਕਿ ਇਹ ਇਸ ਗੱਲ ਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਦੇ ਨਾਲ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਇਹ ਸਾਰੀ ਜਿਹੜੀ ਸਟੇਟਮੈਂਟ ਹੈ ਉਹ ਦਿੱਤੀ ਗਈ ਹੈ। ਰੰਗੀ ਜੀ, ਇਹਦੇ ਸਵਾਲ ਹੈ ਲੱਖਾ ਸਿਧਾਣਾ ਦਾ ਸਵਾਲ ਸਿੱਧਾ ਹੈ ਕਿ ਕਾਂਗਰਸ ਜਦੋਂ ਸੱਤਾ ਸੀ ਉਦੋਂ ਤਾਂ ਕੁਝ ਕੀਤਾ ਨਹੀਂ ਤੇ ਹੁਣ ਇਹ ਘੜਿਆਲੀਆਂ ਸੁਭਾਣੇ ਇੱਥੇ ਆ ਰਹੇ। ਬਿਲਕੁਲ ਸਹੀ। ਮੈਂ ਕਹਿਣਾ ਵੀ ਇਸ ਗੱਲ ਦਾ ਜਵਾਬ ਵੀ ਰਾਜਾ ਵੜਿੰਗ ਨੇ ਆਪਣੀ ਇੰਟਰਵਿਊ ਦੇ ਵਿੱਚ ਹੀ ਦਿੱਤਾ ਕਿ ਜੇ ਸਾਡੀ ਪਾਰਟੀ ਨੇ, ਸਾਡੀ ਸਰਕਾਰ ਨੇ ਉਸ ਸਮੇਂ ਨਹੀਂ ਕੀਤਾ, ਅਸੀਂ ਉਸ ਗੱਲ ਨੂੰ ਤਾਇਦ ਕਰਦੇ ਹਾਂ ਨਹੀਂ ਕੀਤਾ ਗਿਆ।
ਜੇ ਅਸੀਂ ਕੋਈ ਗਲਤੀ ਕੀਤੀ ਹੈ ਤਾਂ ਅਸੀਂ ਜੇ ਸਾਡੇ ਜਿਹੜੇ ਨੁਮਾਇੰਦੇ ਉਸ ਸਮੇਂ ਅੱਗੇ ਲੱਗੇ ਹੋਏ ਸੀ ਜਾਂ ਜੋ ਵੀ ਉਹਨਾਂ ਵੱਲੋਂ ਨਹੀਂ ਉਸ ਗੱਲ ਨੂੰ ਮਤਲਬ ਵਿਸ਼ੇਸ਼ ਤੌਰ ਤੇ ਲੈ ਕੇ ਉਹਦੇ ਸੰਜੀਦਗੀ ਦਿਖਾਈ, ਤਾਂ ਕੀ ਹਰ ਇੱਕ ਬੰਦਾ ਜਿਹੜਾ ਪਾਰਟੀ ਨੂੰ ਅੱਜ ਓਪੋਜੀਸ਼ਨ 'ਚ ਬਹਿ ਕੇ ਮਤਲਬ ਓਪੋਜੀਸ਼ਨ ਦਾ ਕੰਮ ਕੀ ਹੈ? ਮੁੱਦੇ ਉਠਾਉਣਾ। ਜੇ ਅਸੀਂ ਜਨਹਿੱਤ ਦੇ ਵਿੱਚ ਅੱਜ ਮੁੱਦੇ ਨਹੀਂ ਉਠਾ ਸਕਦੇ, ਅਸੀਂ ਉਸ ਗੱਲ ਨੂੰ ਤਾਇਦ ਕਰਦੇ ਹਾਂ ਕਿ ਹਾਂ ਉਸ ਸਮੇਂ ਜਿਹੜੀ ਗਲਤੀ ਰਹੇਗੀ ਉਹ ਰਹੇਗੀ। ਪਰ ਅੱਜ ਉਹ ਸਰਕਾਰਾਂ ਜਿਹੜੀਆਂ ਇਸੇ ਮੁੱਦਿਆਂ ਨੂੰ ਲੈ ਕੇ ਆਈਆਂ ਹੈ, ਪੰਜਾਬ ਬਚਾਊ ਇੱਕ ਨਾਅਰਾ ਸੀ ਕਿ ਪੰਜਾਬ ਬਚਾਉਣ ਵਾਸਤੇ ਜਿਹੜੀਆਂ ਸਰਕਾਰਾਂ ਅੱਗੇ ਆਈਆਂ, ਉਹਨਾਂ ਨੂੰ ਦੱਸਿਆ ਜਾ ਰਿਹਾ ਸੀ ਜਿਹੜਾ ਤੁਹਾਡਾ ਵਿਸ਼ੇਸ਼ ਇਸ ਗੱਲ ਤੇ ਮੱਤੇਵਾੜਾ ਦੇ ਉੱਤੇ ਤੁਸੀਂ ਵਿਰੋਧ ਕਰਦੇ ਸੀ, ਅੱਜ ਉਸੇ ਨੂੰ ਤੁਸੀਂ ਮਤਲਬ ਟੈਕਸਟਾਈਲ ਦੇ ਵਿੱਚ ਤਬਦੀਲ ਕਰਨ ਜਾ ਰਹੇ ਹੋ ਤੇ ਮੱਤੇਵਾੜਾ ਜੰਗਲ ਨੂੰ ਤਬਾਹ ਕਰਨ ਜਾ ਰਹੇ ਹੋ, ਉਸ ਦੇ ਖਿਲਾਫ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਤਾਂ ਜਦੋਂ ਕੋਈ ਪ੍ਰੋਟੈਸਟ ਸਾਡਾ ਲੀਡਰ ਕਰਦਾ ਹੈ ਤਾਂ ਪੰਜਾਬ ਦੀ ਸਾਰੀ ਜਨਤਾ ਦੇ ਨਾਲ ਮਿਲ ਕੇ ਕਰਦਾ ਹੈ, ਤਾਂ ਉਸ ਨੂੰ ਉਸ ਪ੍ਰੋਟੈਸਟ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਕਿਉਂਕਿ ਜਦੋਂ ਕੋਈ ਵਿਰੋਧ ਹੁੰਦਾ, ਵਿਰੋਧ ਰਲ ਮਿਲ ਕੇ ਕੀਤਾ ਜਾਵੇ ਤਾਂ ਜੋ ਸਰਕਾਰਾਂ ਦੇ ਕੰਨ ਚੰਗੀ ਤਰ੍ਹਾਂ ਖੋਲ੍ਹੇ ਜਾਣ। ਉਸੇ ਵਾਸਤੇ ਸਾਡੇ ਪ੍ਰਧਾਨ ਜੀ ਬੈਠੇ ਸੀ। ਤੇ ਸਵਾਲ ਇਹਦੇ ਨਾਲ ਇੱਕ ਹੋਰ ਚੀਜ਼ ਹੈ, ਲੱਖਾ ਸਿਧਾਣਾ ਨੇ ਉਂਗਲ ਚੱਕੀ, ਕਾਂਗਰਸ ਨੂੰ ਮਿਰਚੀ ਲੱਗੀ, ਕਿਉਂ? ਲੱਖਾ ਸਿਧਾਣਾ ਨੇ ਪਾਰਟਿਕੂਲਰ ਕਾਂਗਰਸ ਤੇ ਬਜਾਏ ਕਿ ਲੱਖਾ ਸਿਧਾਣਾ ਨੂੰ ਇਹ ਗੱਲ ਦੱਸਣ ਦੀ ਬਜਾਏ ਕਿ ਮੇਰੀ ਕੋਈ ਭਗਵੰਤ ਮਾਨ ਸੀਐਮ ਸਾਹਿਬ ਨੇ ਤੁਹਾਨੂੰ ਕੋਈ ਇੰਡੀਕੇਸ਼ਨ ਦਿੱਤੀ ਹੈ, ਉਹਨਾਂ ਨੂੰ ਦੱਸਣਾ ਚਾਹੀਦਾ ਸੀ, ਨਾ ਕਿ ਕਾਂਗਰਸ ਦੇ ਹੀ ਇਕੱਲੇ ਅਗੇਂਸਟ। ਉਹਨਾਂ ਨੂੰ ਉਸ ਪਹਿਲੀ ਗੱਲ ਜੇ ਉਹ ਪ੍ਰੋਟੈਸਟ ਦਾ ਪਾਰਟ ਬਣਦੇ ਸੀ ਤਾਂ ਬਣਨਾ ਚਾਹੀਦਾ, ਠੀਕ ਹੈ, ਪਰ ਉਸ ਤੋਂ ਪਹਿਲਾਂ ਉਸ ਪ੍ਰੋਟੈਸਟ ਦੇ ਵਿੱਚ ਦੱਸ ਵੀ ਦੇਣਾ ਚਾਹੀਦਾ ਵੀ ਸਾਨੂੰ ਇਹ ਇੰਡੀਕੇਸ਼ਨ ਹੈ, ਤੇ ਪੀਐਸਸੀ ਕਮੇਟੀ ਨੂੰ ਇਹ ਦੱਸ ਦੇ ਵੀ ਤੁਸੀਂ ਇਸ ਪ੍ਰੋਟੈਸਟ ਨੂੰ ਐਕਸਟੈਂਡ ਕਰ ਲਓ ਜੋ ਉਹਨਾਂ ਨੂੰ ਇੰਡੀਕੇਸ਼ਨ ਮਿਲੀ ਸੀ। ਇਹਦਾ ਸਿੱਧਾ ਸੰਕੇਤ ਹੈ ਵੀ ਤੁਹਾਨੂੰ ਗੱਲ ਜੇ ਕੋਈ ਉਹ ਡਿਸੀਜਨ ਲੈਣ ਜਾ ਰਹੇ ਤੇ ਤੁਹਾਨੂੰ ਦੱਸ ਵੀ ਦਿੱਤਾ, ਤੁਸੀਂ ਡਿਲੀਵਰ ਨਹੀਂ ਕਰ ਰਹੇ, ਸਿਰਫ ਤੇ ਸਿਰਫ ਕਾਂਗਰਸ ਪਾਰਟੀ ਦਾ ਵਿਰੋਧ ਕਰਨ ਉਸ ਪ੍ਰੋਟੈਸਟ ਦੇ ਵਿੱਚ ਪਹੁੰਚ ਰਹੇ ਹੋ, ਇਹ ਸਿੱਧਾ ਇੰਡੀਕੇਸ਼ਨ ਹੈ। ਹਾਲਾਂਕਿ ਜਿਹੜੇ ਮੈਂ ਕਹਿਣਾ ਵੀ ਲੱਖਾ ਸਿਧਾਣਾ ਇੱਕ ਜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਤੇ ਪੰਜਾਬ ਦੇ ਮੁੱਦਿਆਂ ਨੂੰ ਉਜਾਗਰ ਕਰਨ ਦੀ ਗੱਲ ਕਰਦਾ ਹੈ, ਅਸੀਂ ਇਹਨਾਂ ਗੱਲਾਂ ਦੇ ਵਿੱਚ ਉਹਦੇ ਨਾਲ ਹੈ ਜੇ ਕੋਈ ਪੰਜਾਬ ਦੀ ਗੱਲ ਕਰੀਏ। ਪਰ ਅਸੀਂ ਜੇ ਕਹੀਏ ਵੀ ਪਾਰਟਿਕੂਲਰ ਕਿਸੇ ਬੰਦੇ ਦਾ ਵਿਰੋਧ ਕਰੀਏ ਤੇ ਵਿਰੋਧ ਕਰਨ ਵਾਸਤੇ ਹੀ ਵਿਰੋਧ ਕਰੀਏ ਕਿ ਗੱਲ ਕੋਈ ਕਿਸੇ ਕੰਮ ਦਾ ਵਿਰੋਧ ਕਰ ਰਹੇ ਹਾਂ ਅਸੀਂ ਤੇ ਇਕੱਠੇ ਹੋ ਕੇ ਵਿਰੋਧ ਕਰੀਏ, ਉਹ ਨਹੀਂ, ਜਿਹੜਾ ਵਿਰੋਧ ਕਰ ਰਿਹਾ ਉਸੇ ਦਾ ਵਿਰੋਧ ਕਰੀਏ, ਇਹ ਗਲਤ ਗੱਲ ਸੀ। ਪਰ ਇਮੀਡੀਏਟ ਫੈਸਲਾ ਆ ਗਿਆ ਕਿ ਤੁਹਾਨੂੰ ਲੱਗਦਾ ਇੱਕ ਸਾਜ਼ਿਸ਼ ਹੈ ਕਿ ਜਾਂ ਫਿਰ ਸੱਚਮੁੱਚ ਇਦਾਂ ਹੋਣਾ ਚਾਹੀਦਾ? ਤੁਹਾਨੂੰ ਦਿਲ ਕੀ ਤੁਹਾਡੀ ਐਜ਼ ਏ ਰੰਗੀ ਕੀ ਸੋਚਦਾ, ਐਜ਼ ਏ ਪੰਜਾਬੀ ਲੀਡਰ ਹੋਣ ਦੇ ਨਾਤੇ ਕੀ ਸੋਚਦਾ? ਦੇਖੋ, ਮੈਂ ਸਮਝਦਾ ਵੀ ਇਹ ਸਾਰਾ ਜਿਹੜਾ ਜੋ ਡਿਸੀਜ਼ਨ ਸੀਗਾ ਉਹ ਪਹਿਲਾਂ ਕਿਤੇ ਨਾ ਕਿਤੇ ਉਹਨਾਂ ਵੱਲੋਂ ਸ਼ਾਇਦ ਕੋਈ ਇੰਡੀਕੇਸ਼ਨ ਜਿਹੜੀ ਦੇ ਦਿੱਤੀ ਗਈ ਸੀ, ਤੇ ਉੱਥੇ ਦਾ ਜਿਹੜਾ ਪ੍ਰੋਟੈਸਟ ਦੇ ਵਿੱਚ ਇਸ ਤਰ੍ਹਾਂ ਦਾ ਐਪੀਸੋਡ ਹੋਣਾ ਉਹ ਸਿਰਫ ਇੱਕ ਪੋਲੀਟੀਕਲ ਰਾਈਵਲ ਨੂੰ ਲੈ ਕੇ ਤੁਸੀਂ ਇੱਕ ਦੂਜੇ ਨੂੰ ਮਤਲਬ ਦਿਖਾਈ ਦਿੰਦੇ ਹੋ, ਦੋਸ਼ ਲਾਉਂਦੇ, ਹੋਰ ਕੁਛ ਨਹੀਂ ਸੀ। ਇਸ ਘਟਨਾ 'ਚ ਪੰਜਾਬ ਦਾ ਭਵਿੱਖ ਕੀ ਹੈ ਕਿ ਸੱਚਮੁੱਚ ਭਗਵੰਤ ਮਾਨ ਸਰਕਾਰ ਹੈ ਉਹ ਡੈਮੋਕ੍ਰੇਸੀ, ਉਹ ਲੋਕਾਂ ਦੀ ਰਾਏ ਨਾਲ ਹੀ ਚੱਲਦੀ ਹੈ ਤੇ ਨਾਲ ਹੀ ਫੈਸਲੇ ਬਦਲ ਲੈਂਦੀ? ਦੇਖੋ, ਸਰਕਾਰ ਬਣੀ ਨੂੰ ਹਜੇ ਸਿਰਫ 3 ਮਹੀਨੇ ਹੋਏ। 3 ਮਹੀਨਿਆਂ ਦੇ ਵਿੱਚ ਅਸੀਂ ਇਲੈਕਸ਼ਨਾਂ, ਇੱਕ ਜਿਹੜੀ ਕਦੇ ਵੀ ਬਾਈ ਇਲੈਕਸ਼ਨ ਕਿਸੇ ਦੇ ਅਗੇਂਸਟ ਨਹੀਂ ਜਾਂਦੀ, ਉਹਦਾ ਵੀ ਅਸੀਂ ਸੰਗਰੂਰ ਇਲੈਕਸ਼ਨ ਦੇ ਵਿੱਚ ਹਾਲਾਤ ਦੇਖ ਚੁੱਕੇ ਹਾਂ। ਦੂਜੀ ਗੱਲ, ਇਹ ਆਮ ਲੋਕਾਂ ਦੀ ਬਣਾਈ ਹੋਈ ਪਾਰਟੀ ਹੈ ਤੇ ਬਦਲਾਅ ਦੀ ਇੱਕ ਨੀਤੀ ਨੂੰ ਲੈ ਕੇ ਪਾਰਟੀ ਆਈ ਸੀ। ਹਰ ਇੱਕ ਪੰਜਾਬੀ ਜਿਹੜਾ ਨਾਖੁਸ਼ ਸੀ ਦੂਜੀਆਂ ਸਰਕਾਰਾਂ ਤੋਂ, ਉਹਨੇ ਵੋਟ ਕਾਸਟ ਕਰਕੇ ਇਸ ਪਾਰਟੀ ਨੂੰ ਲੈ ਕੇ ਆਏ ਸੀ, ਤੇ ਲੋਕਾਂ ਦੀਆਂ ਉਮੀਦਾਂ ਤਾਂ ਬਹੁਤ ਜ਼ਿਆਦਾ ਹੈ ਵੀ ਇਹ, ਤੇ ਇਹਨਾਂ ਦੇ ਵਾਅਦੇ ਵੀ ਬਹੁਤ ਜ਼ਿਆਦਾ ਹੈ। ਉਸੇ ਗੱਲ ਦਾ ਲੋਕ ਅੱਜ ਟੈਕਸਟਾਈਲ ਜਿਹੜਾ ਸਭ ਤੋਂ ਅਹਿਮ ਮੁੱਦਾ ਸੀ, ਉਸ ਅਹਿਮ ਮੁੱਦੇ ਦੇ ਉੱਤੇ ਸਰਕਾਰ ਦਾ ਪਹਿਲਾਂ ਇਹ ਆਉਣਾ ਕਿ ਉੱਥੇ ਬਣਨ ਜਾ ਰਹੀ ਹੈ, ਜਿਹੜਾ ਉਹਨਾਂ ਦਾ ਬੇਸਿਕ ਮੁੱਦਾ ਸੀ, ਉਹ ਕਿਤੇ ਨਾ ਕਿਤੇ ਹਰ ਇੱਕ ਪੰਜਾਬੀ ਨੂੰ ਸ਼ਸ਼ੋਪੰਚ ਪਾਉਂਦਾ, ਕਿਤੇ ਨਾ ਕਿਤੇ ਇੱਕ ਡਾਊਟ ਕ੍ਰੀਏਟ ਕਰਦਾ ਕਿ ਤੁਸੀਂ ਜਿਹੜੀਆਂ ਗੱਲਾਂ ਕਰਕੇ ਆਏ ਸੀ ਉਹਨਾਂ ਦੇ ਵਿੱਚ ਤੁਸੀਂ ਪਹਿਲਾਂ ਡਿਸੀਜ਼ਨ ਲੈਣ ਤੋਂ ਪਹਿਲਾਂ ਤੁਹਾਨੂੰ ਚੰਗੀ ਤਰ੍ਹਾਂ ਵਿਚਾਰਨਾ ਚਾਹੀਦਾ ਵੀ ਅਸੀਂ ਮਤਲਬ ਜੇ ਇਹਦੇ ਉੱਤੇ ਇੰਨਾ ਜ਼ਿਆਦਾ ਪ੍ਰੋਟੈਸਟ ਨਾ ਹੁੰਦਾ ਸ਼ਾਇਦ ਫਿਰ ਇਹ ਵੀ ਇਸ ਤਰ੍ਹਾਂ ਹੀ ਲੰਘ ਜਾਂਦਾ। ਤੇ ਹਮੇਸ਼ਾ ਵਿਰੋਧੀਆਂ ਦਾ, ਜਿਹੜੀ ਵਿਰੋਧੀ ਧਿਰਾਂ ਦਾ ਕੰਮ ਹੁੰਦਾ ਹੈ, ਉਹ ਮੈਂ ਕਹਿਣਾ ਚਾਹੂੰਗਾ ਵੀ ਉਹ ਸਰਕਾਰ ਦੇ ਕੋਲ ਆਪਣੀ ਆਵਾਜ਼ ਬੁਲੰਦ ਕਰਨਾ ਹੀ ਹੁੰਦਾ। ਤੇ ਜੇ ਅਸੀਂ ਸਰਕਾਰ ਦੇ ਫੈਸਲਿਆਂ ਦੀ ਨਖੇਦੀ ਉਹਦੇ ਤੇ ਨਹੀਂ ਕਰਾਂਗੇ ਜਿਹੜੇ ਉਹਨਾਂ ਦੇ ਗਲਤ ਫੈਸਲੇ ਹੈ, ਤਾਂ ਵਿਰੋਧੀ ਧਿਰਾਂ ਦਾ ਮਤਲਬ ਕੋਈ ਨਹੀਂ। ਰੰਗੀ ਜੀ, ਸਵਾਲ ਇੱਥੇ ਉੱਠਦਾ ਹੈ, ਤੁਸੀਂ ਮੰਨਿਆ ਕਿ ਗਲਤੀ ਹੋਈ ਕਾਂਗਰਸ ਤੋਂ ਜਦੋਂ ਸਰਕਾਰ ਸੀ, ਪੇੜ ਕੱਟੇ ਗਏ ਉੱਥੇ, ਪੇੜਾਂ ਦੀ ਗੱਲ ਕੋਈ ਕਿਉਂ ਨਹੀਂ ਕਰਦਾ ਕਿ ਉੱਥੇ ਜਿਹੜੇ ਚਲੋ ਰੱਦ ਹੋ ਗਿਆ, ਮਸਲਾ ਰੱਦ ਹੋ ਗਿਆ, ਕਿ ਜਿੰਨੇ ਪੇੜ ਕੱਟੇ ਗਏ ਨੇ ਕਿ ਉਹ ਲੱਗਣਗੇ? ਇਹ ਸਵਾਲ ਨਾ ਧਰਨੇ 'ਚ ਸੁਣਨ ਨੂੰ ਮਿਲਿਆ,
ਨਾ ਇੱਧਰ ਸੁਣੋ ਮੈਂ ਇਹਦਾ ਕੀ ਸਮਝ ਮੈਂ ਕਹਿੰਦਾ ਵੀ ਜਿਹੜੇ ਪੇੜ ਜੇ ਕੱਟੇ ਗਏ ਹੈ ਗਲਤ ਤਰੀਕੇ ਨਾਲ ਕੱਟੇ ਗਏ ਹੈ, ਸਰਕਾਰਾਂ ਦੇ ਕੋਲ ਸਾਰਾ ਰਿਕਾਰਡ ਪਿਆ, ਜਿਹੜੇ ਉਸ ਦੇ ਦੋਸ਼ੀ ਹੈ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ। ਤੇ ਦੂਜੀ ਗੱਲ, ਜਿਹੜੇ ਪੇੜ ਕੱਟ ਗਏ ਉਹਨਾਂ ਦੀ ਜਗ੍ਹਾ ਨਾ ਕੇਵਲ ਇਕੱਲੇ ਪੇੜ ਲਾਉਣਾ, ਪੇੜਾਂ ਨੂੰ ਬਚਾਉਣਾ। ਜੇ ਦਰਖਤ ਆਪਾਂ ਅੱਜ ਲਾਉਂਦੇ ਹਾਂ ਤਾਂ ਦਰਖਤ ਨੂੰ 2 ਸਾਲ ਦੀ ਸੰਭਾਲ ਵੀ ਚਾਹੀਦੀ ਹੈ, ਅਤੇ ਸੰਭਾਲ ਕਰਨਾ ਸਰਕਾਰਾਂ ਅੱਜ ਲੱਖਾਂ ਦਰਖਤ ਲਾਉਣ ਦੇ ਐਲਾਨ ਕਰਦੀਆਂ, ਐਲਾਨ ਕਰਨਾ ਕਾਫੀ ਨਹੀਂ, ਉਸ ਦੇ ਉੱਤੇ ਪਹਿਰਾ ਦੇਣਾ, ਉਸ ਨੂੰ 2-2 ਸਾਲ ਬਚਾ ਕੇ ਇੱਕ ਜਿਸ ਪੇੜ ਨੂੰ ਕੱਟਿਆ ਉਸ ਪੇੜ ਦੇ ਹਾਲਾਤਾਂ ਤੱਕ ਪਹੁੰਚਾ ਕੇ ਉਸ ਨੂੰ ਘੱਟੋ ਘੱਟ 50% ਜਾਂ 40% ਉਸ ਦੀ ਗਰੋਥ ਕਰਨ ਤੋਂ ਬਾਅਦ ਤੁਸੀਂ ਸਮਝਦੇ ਹੋ ਕਿ ਹਾਂ ਇਹ ਪੇੜ ਜਿਹੜਾ ਆਪਣੀ ਜੜ ਫੜ ਗਿਆ ਅਤੇ ਇਹ ਉਹ ਹੋ ਜੂ। ਪਰ ਮੱਤੇਵਾੜੇ ਦੀ ਜਿਹੜੀ ਘੋਸ਼ਣਾ ਸਰਕਾਰ ਵੱਲੋਂ ਕੀਤੀ ਹੈ, ਉਹਨੇ ਕਿਹਾ ਕਿ ਅਸੀਂ ਇਕੋ ਫਰੈਂਡਲੀ ਜਿਹੜੀਆਂ ਕੰਪਨੀਆਂ ਨੇ ਲਾਵਾਂਗੇ ਜਾਂ ਉੱਥੇ ਕੰਮ ਕਰ ਸਕਦੀਆਂ। ਕੀ ਇਹ ਕਿਤੇ ਦੋ ਚਿੱਤੇ ਦਾ ਮਾਮਲਾ ਤਾਂ ਨਹੀਂ? ਇਨਵਾਇਰਮੈਂਟ ਦਾ ਨਾਮ ਵੀ ਹੋ ਰਿਹਾ ਤੇ ਬਿਜ਼ਨਸ ਵੀ ਹੋ ਰਿਹਾ। ਦੇਖੋ ਜਿਹੜਾ ਮੈਂ ਬਿਲਕੁਲ ਆਉਂਦੀ ਹੈ ਜੀ, ਇਸ 'ਚ ਕੋਈ ਦੋ ਰਾਏ ਨਹੀਂ। ਜਦੋਂ ਕਿਸੇ ਕੁਦਰਤੀ ਥਾਂ ਦੇ ਉੱਤੇ ਜਿੱਥੇ ਜੰਗਲ ਕੁਦਰਤੀ ਤੌਰ 'ਤੇ ਇੱਕ ਜੰਗਲ ਹੈ, ਉਜਾੜ ਹੈ, ਅਤੇ ਉੱਥੇ ਜੰਗਲੀ ਜਾਨਵਰ ਅਤੇ ਜੀਵ ਜੰਤੂ ਜਿਨ੍ਹਾਂ ਦੀ ਪੈਦਾਵਾਰ ਹੋ ਗਈ, ਜਦੋਂ ਉੱਥੇ ਲੋਕਾਂ ਦਾ ਪਹੁੰਚ ਹੋ ਜੇ, ਆਮ ਆਵਾਜਾਈ ਹੋ ਜੇ, ਗੱਡੀਆਂ ਦਾ ਪੋਲਿਊਸ਼ਨ ਹੋ ਜੇ, ਲੋਕ ਮਤਲਬ ਬਿਜਲੀ ਦਾ ਬੰਦੋਬਸਤ ਹੋ ਜੇ, ਅਤੇ ਸਿਸਟਮ ਇਸ ਤਰੀਕੇ ਦਾ ਹੋ ਜੇ ਵੀ ਉਹ ਜਿਹੜੇ ਕੁਦਰਤੀ ਜਾਨਵਰ ਹੈ ਉਹ ਉਸ ਤੋਂ ਕਿਤੇ ਨਾ ਕਿਤੇ ਦੂਰ ਹੋ ਜਾਂਦੇ। ਅਤੇ ਜਿਹੜਾ ਆਪਾਂ ਵਾਤਾਵਰਨ ਦੀ ਗੱਲ ਕਰੀਏ ਤਾਂ ਵਾਤਾਵਰਨ ਕਦੇ ਵੀ ਉਸ ਤਰ੍ਹਾਂ ਦਾ ਉਸ ਏਰੀਏ ਦਾ ਨਹੀਂ ਰਹਿੰਦਾ। ਇਕੋ ਫਰੈਂਡਲੀ ਦੀ ਡੈਫੀਨੇਸ਼ਨ ਕੀ ਹੈ? ਇਕੋ ਫਰੈਂਡਲੀ ਨੂੰ ਆਪਾਂ 1-2 ਲਾਈਨਾਂ ਦੀ ਉਹਦੇ ਵਿੱਚ ਡੈਫੀਨੇਸ਼ਨ ਡਿਫਾਈਨ ਤਾਂ ਕਰ ਦਈਏ, ਪਰ ਜਦੋਂ ਪ੍ਰੈਕਟੀਕਲੀ ਇਕੋ ਫਰੈਂਡਲੀ ਕਿਸੇ ਇੰਡਸਟਰੀ ਨੂੰ ਆਪਾਂ ਦੇਖਦੇ ਹਾਂ, ਉਹ ਜੰਗਲ ਨੂੰ ਪ੍ਰਮੋਟ ਕਰਨ ਵਾਲੀ ਤਾਂ ਕੋਈ ਨਹੀਂ ਹੈ ਨਾ। ਉਹ ਸਿਰਫ ਕੀ ਹੈ ਵੀ 5%, 10%, 15% ਉਹਦੇ ਵਿੱਚ ਜਿਹੜਾ ਪੁਰਾਣਾ ਪੇੜ ਪੌਦੇ ਹੈ ਉਹ ਬਚ ਸਕਦੇ। ਬਿਲਡਿੰਗਸ ਉੱਥੇ ਬਣਨੀਆਂ ਹੀ ਹੈ। ਇਕੋ ਫਰੈਂਡਲੀ ਯੂਨਿਟ ਜਦੋਂ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਅਦਾਰਾ ਉਸ ਜਗ੍ਹਾ 'ਤੇ ਪਹੁੰਚੂਗਾ, ਉਸ ਜਗ੍ਹਾ ਦੀ NOC ਤੁਹਾਨੂੰ ਕੋਈ ਇੰਡਸਟਰੀ ਲਾਉਣ ਦੀ, ਇਕੋ ਫਰੈਂਡਲੀ ਇੰਡਸਟਰੀ ਲਾਉਣ ਦੀ ਮਿਲੂਗੀ, ਤਾਂ ਵੀ ਉਹ ਜੰਗਲ ਡਿਸਟਰਬ ਹੋਣਾ, ਉਹ ਚੀਜ਼ ਨਹੀਂ ਰਹਿਣੀ। ਲੋੜ ਤਾਂ ਉਸ ਜੰਗਲ ਨੂੰ ਦੁਬਾਰਾ ਬਹਾਲ ਕਰਨ ਦੀ ਹੈ। ਜੇ ਕਿਸੇ ਪਿਛਲੀਆਂ ਸਰਕਾਰਾਂ ਤੋਂ ਕੋਈ ਗਲਤੀ ਹੋਈ ਹੈ, ਨਹੀਂ ਉਹਦੇ ਵਿੱਚੋਂ ਜੰਗਲੀ ਪੇੜ ਪੌਦੇ ਇਹ ਕੱਟੇ ਗਏ ਹੈ, ਤਾਂ ਉਸ ਨੂੰ ਉਸੇ ਕੁਦਰਤੀ ਜੰਗਲਾਂ ਦੇ ਰੂਪ ਦੇ ਵਿੱਚ ਲੈ ਕੇ ਆਉਣਾ ਹੈ। ਮੁੱਦਾ ਤਾਂ ਇਹ ਹੋਣਾ ਚਾਹੀਦਾ। ਮੁੱਦਾ ਉਸ ਜਗ੍ਹਾ ਦੀ ਜਿਹੜੀ ਲੈਂਡ ਹੈ ਉਹਨੂੰ ਅਕਵਾਇਰ ਕਰਕੇ ਜਦੋਂ ਵਿਰੋਧ ਹੋ ਗਿਆ, ਟੈਕਸਟਾਈਲ ਦਾ ਵਿਰੋਧ ਹੋ ਗਿਆ, ਤਾਂ ਟੈਕਸਟਾਈਲ ਦੀ ਬਜਾਏ ਆਪਾਂ ਕੋਈ ਨੋਟੀਫਿਕੇਸ਼ਨ ਕਰਕੇ ਅੱਜ ਦੇ ਮਾਹੌਲ ਨੂੰ ਸ਼ਾਂਤ ਕਰਨਾ, ਇਹ ਮੁੱਦਾ ਨਹੀਂ ਹੈ। ਮੁੱਦਾ ਉਸ ਜੰਗਲ ਨੂੰ ਬਹਾਲ ਕਰਨਾ ਹੈ, ਇਹੀ ਹੋਣਾ ਚਾਹੀਦਾ। ਧੰਨਵਾਦ ਰੰਗੀ ਸਾਹਿਬ, ਮਹੱਤਵਪੂਰਨ ਮੁੱਦੇ ਲਈ ਗੱਲ ਕਰਨ ਧੰਨਵਾਦ ਲਈ। ਜੀ ਤੁਹਾਡਾ। ਤੇ ਗੱਲ ਇੱਥੇ ਉੱਠਦੀ ਹੈ ਕਿ ਕਿਤੇ ਅਸੀਂ ਗਲਤ ਫੈਸਲੇ ਤਾਂ ਨਹੀਂ ਲੈ ਰਹੇ, ਜਾਂ ਅਸੀਂ ਮਨੁੱਖਤਾ ਦੇ ਜੀਵਨ ਦੇ ਕਾਤਲ ਤਾਂ ਨਹੀਂ ਬਣ ਰਹੇ। ਸਵਾਲ ਇਹ ਹੈ ਕਿ ਰਾਜਨੀਤੀ ਕਰਨਾ ਅੱਛੀ ਗੱਲ ਹੈ, ਪਰੰਤੂ ਮੁਨਾਫੇ ਦੀ ਰਾਜਨੀਤੀ ਜਾਂ ਫਿਰ ਆਪਣੇ ਵਿਰੋਧੀਆਂ ਨੂੰ ਚਿੱਤ ਕਰਨ ਦੀ ਜਿਹੜੀ ਰਾਜਨੀਤੀ ਹੈ ਉਹ ਕਿੰਨੀ ਸੂਖਮ ਹੈ ਇਸ ਲੋਕਤੰਤਰ 'ਚ, ਇਹ ਬਹੁਤ ਵੱਡਾ ਸਵਾਲ ਹੈ। ਜ਼ਰੂਰਤ ਹੈ ਲੋਕਤੰਤਰ ਦੇ ਨਾਲ ਨਾਲ ਸਾਨੂੰ ਉਹਨਾਂ ਜੰਗਲਾਂ ਨੂੰ ਬਚਾਉਣ ਦੀ ਜਿਹੜੇ ਸੱਚਮੁੱਚ ਸਾਡੇ ਜੀਵਨ ਦਾਤਾ ਨੇ। ਇਹੀ ਸਵਾਲ ਲੈ ਕੇ ਮੈਂ ਫਿਰ ਅਗਲੇ ਮਹਿਮਾਨ ਨੂੰ ਮਿਲਾਂਗਾ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ। ਧੰਨਵਾਦ।